ਉਹ ਟੈਨਸ਼ਨ 'ਚ ਹੀ ਰਹਿੰਦਾ ਆ ਤੇ ਅਸੀਂ ਵੀ ਫਿਰ ਜ਼ਿਆਦਾ ਟੈਨਸ਼ਨ 'ਚ ਹੀ ਰਹਿੰਦੇ। ਸਰਕਾਰ ਦਾ ਰਵੱਈਆ ਤਾਂ ਸਾਡੇ ਲਈ ਬਹੁਤ ਹੀ ਮਾੜਾ ਵਾ, ਕਿਉਂਕਿ ਕਈ ਸਾਡੇ ਨਾਲ ਹੀ ਇੱਥੇ ਸਟਕ ਸੀ, ਜਿੱਦਾਂ ਸਕੈਂਸੀਅਲ ਸਕਿੱਲ ਵਰਕ ਵਾਲੇ ਸੀ, ਹੋਰ ਵੀ ਕਈ ਮੇਰੇ ਫਰੈਂਡ ਸੀ ਜਿਹੜੇ ਉਹ ਚਲੇ ਗਏ। ਪਰ ਇਹਦੇ ਗਵਰਨਮੈਂਟ ਨੇ ਬਿਨਾਂ ਨੋਟਿਸ ਜਾਂ ਕਿ ਬਿਨਾਂ ਸਮਾਂ ਦਿੱਤੇ ਅਸੀਂ ਇਹ ਬਾਰਡਰ ਕਲੋਜ਼ ਕਰ ਦਿੱਤੇ। ਵੀ ਸਾਡਾ ਜਿੱਦਾਂ ਆਸਟ੍ਰੇਲੀਆ ਨੇ ਵੀਜ਼ੇ ਵਧਾਤੇ ਆ, ਸਾਡੇ ਵੀ ਵੀਜ਼ੇ ਵਧਾਏ ਜਾਣ। ਤੇ ਜਿਹੜੀਆਂ ਵੱਖ-ਵੱਖ ਪਾਰਟੀਆਂ ਆ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਹ ਬਹੁਤ ਔਖਾ ਸਮਾਂ ਹੈ ਸਾਡੇ ਲਈ, ਬਹੁਤ ਔਖੇ ਸਮੇਂ 'ਚ ਗੁਜ਼ਰ ਰਹੇ ਆ। ਪਰਿਵਾਰਾਂ ਦੇ ਪਰਿਵਾਰ ਹੀ ਬਹੁਤ ਵਿਛੜ ਰਹੇ ਨੇ। ਤੇ ਉਸ ਤੋਂ ਬਾਅਦ ਪੋਸਟ ਸਟੱਡੀ ਵਰਕ ਵੀਜ਼ਾ ਪਾਇਆ, ਕੋਈ ਵੀ ਰਿਪਲਾਈ ਨਹੀਂ ਆਇਆ। ਤੇ ਹੁਣ ਹਰ ਵੇਲੇ ਕੋਈ ਟੈਨਸ਼ਨ ਰਹਿੰਦੀ ਹੈ ਵੀ ਕੀ ਪਤਾ ਵੀਜ਼ਾ ਦੇਣਾ ਜਾਂ ਨਹੀਂ ਦੇਣਾ। ਘਰਦਿਆਂ ਨੂੰ ਵੀ ਇਹੋ ਸਟ੍ਰੈਸ ਰਹਿੰਦਾ ਵਾ। ਇਹੋ ਹੀ ਆਨੇ ਆ ਵੀ ਇਹਦਾ ਮਸਲਾ ਹੱਲ ਹੋ ਜਾਏ ਵਿਚਾਰੇ ਦਾ। ਜੀ ਪੈਸਾ ਅਸੀਂ ਬੜਾ ਲਾਇਆ ਹੈ ਤੇ ਹੁਣ ਇੱਥੇ ਕੁਛ ਵੀ ਨਹੀਂ, ਕਾਹੇ ਜੋਗਾ ਹੀ ਨਹੀਂ ਇਹ ਤੇ। ਉਹ ਮੈਂ ਜਾਣਦਾ ਵੀ ਜਿੱਦਾਂ ਮਿਹਨਤ ਕੀਤੀ ਆ, ਉੱਥੇ ਵੀ ਮੈਂ ਸਿਕਿਉਰਿਟੀ ਕਰਦਾ ਰਿਹਾ ਸੀ, ਵੀ ਉਹ ਹੀ ਇਹ ਇੱਕੋ ਗੱਲ ਦੀ ਟੈਨਸ਼ਨ ਰਹਿੰਦੀ ਹਰ ਵੇਲੇ। ਕਿਉਰਾ, ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਸਾਰੇ ਹੀ ਮਿੱਤਰ ਪਿਆਰਿਆਂ ਨੂੰ। ਜਿੱਥੇ ਗੱਲ ਚੱਲਦੀ ਹੈ ਨਿਊਜ਼ੀਲੈਂਡ ਦੇ ਪੰਜਾਬੀਆਂ ਦੀ, ਉੱਥੇ ਇੱਕ ਚੰਨ ਨੂੰ ਗ੍ਰਹਿਣ ਲੱਗਣ ਵਾਂਗ ਇੱਕ ਅਜਿਹੀ ਗੱਲਬਾਤ ਜਿਹਨੂੰ ਤੁਹਾਡੇ ਲਈ ਅਸੀਂ ਹਾਜ਼ਰ ਕਰਨਾ। ਸਾਡੇ ਉਹ ਭੈਣ ਭਰਾ ਜਿਹੜੇ ਕਿ ਆਪਣੇ ਪਿਆਰਿਆਂ ਨੂੰ ਮਿਲਣ ਦੇ ਲਈ, ਦੁੱਖ ਸੁੱਖ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਪਣੇ ਵਿਛੜੇ ਵਤਨ ਪੰਜਾਬ ਆਏ ਸਨ। ਔਰ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਬਹੁਤ ਸਾਰੇ ਲੋਕ ਨੇ, ਉਹਨਾਂ ਦੀ ਗਿਣਤੀ ਮਿਣਤੀ ਘਟਦੀ ਵੱਧਦੀ ਰਹਿੰਦੀ ਹੈ। ਲੇਕਿਨ ਸਿਤਮ ਦੀ ਗੱਲ ਇਹ ਹੈ ਕਿ ਇਹਨਾਂ ਵਿੱਚੋਂ ਬਹੁਤੇ ਉਹ ਲੋਕ ਨੇ ਜਿਹੜੇ ਵਾਪਸ ਨਹੀਂ ਜਾ ਸਕੇ। ਇਹਦੇ ਲਈ ਸਰਕਾਰਾਂ ਦੇ ਕੋਲ ਕੋਵਿਡ ਦਾ ਬਹਾਨਾ ਰਿਹਾ। ਕੋਵਿਡ ਜਦੋਂ ਕਿ ਹੁਣ ਆਪਣੀਆਂ ਪਾਬੰਦੀਆਂ ਲਗਭਗ ਸਾਰੀ ਦੁਨੀਆ ਦੇ ਵਿੱਚ ਖਤਮ ਹੋ ਰਹੀਆਂ, ਕੋਵਿਡ ਦਾ ਬਹਾਨਾ ਵੀ ਬਾਕੀ ਸ਼ਾਇਦ ਨਹੀਂ ਰਿਹਾ। ਇਹਨਾਂ ਹਾਲਾਤਾਂ ਵਿੱਚ ਨਿਊਜ਼ੀਲੈਂਡ ਦੀ ਸਰਕਾਰ ਜਿਹੜੀ ਹੈ ਸਾਡੇ ਇਹਨਾਂ ਭੈਣਾਂ ਭਰਾਵਾਂ ਨੂੰ ਵਾਪਸ ਆਉਣ ਦੇ ਲਈ ਉਹਨੇ ਰਾਹ ਸੁਖਾਲੇ ਨਹੀਂ ਕਰ ਰਹੀ ਜਿੰਨੇ ਕਿ ਹੋਣੇ ਚਾਹੀਦੇ ਸੀ। ਦਰਅਸਲ ਇਹਨਾਂ ਵਿੱਚੋਂ ਬਹੁਤੇ ਉਹ ਵੀ ਨੇ ਜਿਨ੍ਹਾਂ ਦੇ ਵੀਜ਼ੇ ਐਕਸਪਾਇਰ ਹੋ ਚੁੱਕੇ ਨੇ। ਅਤੇ ਵੀਜ਼ੇ ਐਕਸਪਾਇਰ ਹੋਣ ਦਾ ਮਤਲਬ ਇਹ ਹੈ ਕਿ ਮੁਲਕ ਦੇ ਵਿੱਚ ਨਵੇਂ ਸਿਰੇ ਤੋਂ ਦਾਖਲਾ ਹੋਣਾ ਹੋਵੇ ਤਾਂ ਉਹਨਾਂ ਨੂੰ ਨਵੇਂ ਸਿਰੇ ਤੋਂ ਵੀਜ਼ਾ ਪ੍ਰਕਿਰਿਆ ਦੇ ਵਿੱਚੋਂ ਗੁਜ਼ਰਨਾ ਹੋਵੇਗਾ, ਜੋ ਕਿ ਇੰਨਾ ਸੁਖਾਲਾ ਨਹੀਂ, ਬਲਕਿ ਇਹਨਾਂ ਵਿੱਚੋਂ ਬਹੁਤਿਆਂ ਦੇ ਲਈ ਅਸੰਭਵ ਹੈ। ਉਹਨਾਂ ਵਿੱਚੋਂ ਹੀ ਇੱਕ ਬਹੁਤ ਸਰਗਰਮੀ ਦੇ ਨਾਲ ਰੋਲ ਨਿਭਾਉਂਦੇ ਰਹੇ ਗੁਰਜੀਤ ਸਿੰਘ ਸਾਡੇ ਨਾਲ ਨੇ। ਲਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਸਾਰਾ ਘਟਨਾ ਚੱਕਰ ਕਦੋਂ ਤੋਂ ਸ਼ੁਰੂ ਹੋਇਆ ਅਤੇ ਆਖਿਰਕਾਰ ਉਹ ਨਿਊਜ਼ੀਲੈਂਡ ਦੀ ਸਰਕਾਰ ਤੋਂ ਕੀ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਗੁਰਜੀਤ ਵੀਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇੱਥੇ ਸਾਡੇ ਕੋਲ ਪਹੁੰਚੇ, ਸਾਡੇ ਦੁੱਖਾਂ ਨੂੰ ਵਿਚਾਰਿਆ ਅਤੇ ਇੱਥੇ ਪਹੁੰਚੇ, ਅਤੇ ਬਹੁਤ ਧੰਨਵਾਦ ਕਰਦਾ ਤੁਹਾਡਾ ਜੀ ਮੈਂ। ਗੁਰਜੀਤ ਸਿੰਘ ਉਹਨਾਂ ਦਾ ਦੁੱਖ ਜਿਹੜਾ ਉਹ ਪੂਰੀ ਕਮਿਊਨਿਟੀ ਦਾ ਦੁੱਖ ਹੈ। ਨਿਊਜ਼ੀਲੈਂਡ ਦੇ ਵਿੱਚ ਜਿੰਨੇ ਵੀ ਪੰਜਾਬੀ ਵਸਦੇ ਨੇ, ਲੰਮੇ ਸਮੇਂ ਤੋਂ ਵਸਦੇ ਨੇ, ਉਹ ਸਾਰੇ ਇਸ ਚੀਜ਼ ਨੂੰ ਬਹੁਤ ਬਰੀਕੀ ਨਾਲ ਮਹਿਸੂਸ ਕਰਦੇ ਨੇ। ਲੇਕਿਨ ਦੁੱਖ ਦੀ ਗੱਲ ਇਹ ਹੈ ਕਿ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਕਿ ਪੰਜਾਬੀਆਂ ਨੂੰ ਜਾਂ ਸਿੱਖਾਂ ਨੂੰ ਜਾਂ ਭਾਰਤੀਆਂ ਨੂੰ ਇੱਕ ਵੱਡੇ ਵੋਟ ਬੈਂਕ ਦੇ ਤੌਰ 'ਤੇ ਜ਼ਰੂਰ ਦੇਖਦੀਆਂ ਨੇ, ਲੇਕਿਨ ਉਹਨਾਂ ਦੇ ਦੁੱਖਾਂ ਸੁੱਖਾਂ ਵਿੱਚ ਭਾਈਵਾਲ ਨਹੀਂ ਹੁੰਦੀਆਂ। ਸੋ ਆਖਿਰਕਾਰ ਇਹਨਾਂ ਦਾ ਦੁੱਖ ਹੈ ਕਿ ਉਹਦੇ ਬਾਰੇ ਗੁਰਜੀਤ ਸਿੰਘ ਹੁਣੀ ਦੱਸਣਗੇ। ਸਭ ਤੋਂ ਪਹਿਲਾਂ ਜੀ ਇਹ ਜਦੋਂ ਵੀ ਅਸੀਂ ਆਪਣਾ ਦੇਸ਼ ਛੱਡ ਕੇ ਜਾਂਦੇ ਹਾਂ, ਆਪਾਂ ਸਾਰਾ ਕੁਝ ਛੱਡ ਇੱਕ ਚੰਗੇ ਡਰੀਮ ਨੂੰ, ਚੰਗਾ ਸੁਪਨਾ ਲੈ ਕੇ ਜਾਂਦੇ ਹਾਂ ਕਿ ਆਪਾਂ ਉੱਥੇ ਜਾ ਕੇ ਵੈਲ ਸੈਟਲਡ ਹੋਵਾਂਗੇ, ਪੜ੍ਹਾਂਗੇ, ਲਿਖਾਂਗੇ, ਹੋਰ ਆਪਣੀ ਜੋਬਸ ਕਰਾਂਗੇ ਅਤੇ ਪਰਿਵਾਰ ਨੂੰ ਜਿਹੜਾ ਬਸਾਰਾ ਰਹਿਣ ਬਸੇਰਾ ਜੋ ਵੀ ਆ, ਗੁਜ਼ਾਰਾ ਵੀ ਆ, ਉਹ ਪਰਿਵਾਰ ਸਾਡੇ ਦਿੱਤੇ ਹੋਏ ਪੈਸੇ ਨਾਲ ਜਾਂ ਸਾਡੇ ਮਿਹਨਤ ਦੇ ਪੈਸੇ ਨਾਲ ਉਹੀ ਗੁਜ਼ਾਰਾ ਕਰਦਾ ਆ। ਇਸੇ ਕਰਕੇ ਅਸੀਂ ਬਾਹਰ ਦੇ ਮੁਲਕਾਂ ਦੇ ਵਿੱਚੋਂ ਆਪਣਾ ਦੇਸ਼ ਛੱਡ ਕੇ ਜਾਂਦੇ ਹਾਂ। ਅਤੇ ਅਸੀਂ ਇਹੀ ਇੱਕ ਉਮੀਦ ਲੈ ਕੇ ਜਾਂਦੇ ਹਾਂ ਕਿ ਅਸੀਂ ਉੱਥੇ ਜਾ ਕੇ ਸਹੀ ਤਰੀਕੇ ਨਾਲ ਪੜ੍ਹ ਲਿਖ ਕੇ ਚੰਗੇ ਤਰੀਕੇ ਨਾਲ ਸੈਟਲ ਹੋਈਏ ਅਤੇ ਜੋ ਵੀ ਆ ਆਪਣੀ ਲੋੜਾਂ ਨੂੰ ਪੂਰਾ ਕਰ ਸਕੀਏ। ਔਸਤਨ ਕਿੰਨੀ ਕੁ ਇਨਵੈਸਟਮੈਂਟ ਹੁੰਦੀ ਆ ਜੀ ਜਦੋਂ ਤੁਸੀਂ ਵਿਦਿਆਰਥੀ ਵੀਜ਼ੇ ਉੱਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਨਿਊਜ਼ੀਲੈਂਡ ਵਰਗੇ ਮੁਲਕ ਦੇ ਵਿੱਚ ਆਪਣੇ ਬਿਹਤਰ ਭਵਿੱਖ ਦੀ ਤਲਾਸ਼ 'ਚ ਜਾਂਦੇ ਹੋ, ਕਿਉਂਕਿ ਬਹੁਤ ਕੁਝ ਪਰਿਵਾਰ ਦਾ ਜਿਹੜਾ ਦਾਅ 'ਤੇ ਲੱਗਾ ਹੁੰਦਾ। ਔਸਤਨ ਕਿੰਨੇ ਕੁ ਲੱਖ ਦੀ ਮੈਨੂੰ ਪੁੱਛਣਾ ਚਾਹੀਦਾ ਇਨਵੈਸਟਮੈਂਟ ਹੁੰਦੀ ਇਹ ਜੀ ਜਦੋਂ ਅਸੀਂ ਗਏ ਸੀ 2017 ਦੇ ਵਿੱਚ ਗਏ ਸੀ, ਉਦੋਂ ਤਕਰੀਬਨ ਸਾਡਾ 25 ਤੋਂ 30 ਲੱਖ ਰੁਪਏ ਜੀ ਲੱਗਾ ਸੀਗਾ ਉਸ ਸਮੇਂ ਦੇ ਵਿੱਚ। ਇਹ ਤਾਂ ਡਿਪੈਂਡ ਕੋਰਸ 'ਤੇ ਵੀ ਹੁੰਦਾ ਕਿ ਕੋਰਸ ਦੀ ਵੱਖਰੀ ਫੀਸ ਹੁੰਦੀ ਆ, ਅਤੇ ਉਸ ਟਾਈਮ ਇੰਨਾ ਖਰਚਾ ਆ ਗਿਆ ਸੀ ਸਾਡੇ ਜਾਣ ਦਾ। ਹੋਰ ਜਿਵੇਂ ਟਿਕਟ ਵਗੈਰਾ ਪਾ ਕੇ ਟੋਟਲ 30 ਲੱਖ ਦੇ ਲਾਗੇ ਪਹੁੰਚ ਗਏ ਸੀ ਅਸੀਂ ਜੀ। 30 ਤੋਂ 32 ਲੱਖ ਦੀ ਇਨਵੈਸਟਮੈਂਟ ਜਿਹੜੀ ਆ ਇਹਨਾਂ ਵਿੱਚੋਂ ਬਹੁਤਿਆਂ ਦੀ ਹੋਈ ਹੈ। ਕਈ ਸਿੰਗਲ ਨੇ, ਕਈ ਪਰਿਵਾਰਾਂ ਵਾਲੇ ਨੇ, ਅੱਗੋਂ ਉਹਨਾਂ ਦੇ ਬੱਚੇ ਨੇ। ਇੱਥੇ ਜਿਹੜਾ ਭਵਿੱਖ ਹੈ ਉਹ ਆਪਾਂ ਜਾਣਦੇ ਕਿਸ ਤਰ੍ਹਾਂ ਦਾ। ਪੰਜਾਬ ਦੇ ਇਤਿਹਾਸਕ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਸ ਵਕਤ ਅਸੀਂ ਬੈਠੇ ਹਾਂ। ਗੁਰਜੀਤ ਸਿੰਘ ਦੀ ਆਖਿਰਕਾਰ ਸਰਕਾਰ ਨੇ ਤੁਹਾਡੇ ਨਾਲ ਕੀਤਾ ਕੀ ਅਤੇ ਅੱਗੋਂ ਤੁਸੀਂ ਸਰਕਾਰ ਤੋਂ ਚਾਹੁੰਦੇ ਕੀ ਹੋ? ਗਲਤ ਕੀਤਾ ਜਿਵੇਂ ਕਿ ਸਾਨੂੰ ਆਸ ਸੀਗਾ, ਕਿਉਂਕਿ ਅਸੀਂ ਉੱਥੇ
ਰਹਿੰਦੇ ਸੀਗੇ, ਟੈਕਸ ਪੇ ਕਰਦੇ ਸੀ, ਸਾਰਾ ਉੱਥੇ ਅਸੀਂ ਮਤਲਬ ਹਰ ਤਰੀਕੇ ਨਾਲ ਆਪਣਾ ਰੋਲ ਵਧੀਆ ਨਿਭਾ ਰਹੇ ਸੀਗੇ। ਅਚਾਨਕ ਅਸੀਂ ਇੱਥੇ ਪਰਿਵਾਰਾਂ ਦੇ ਵਿੱਚ ਮਿਲਣ ਆਏ, ਕਿਉਂਕਿ ਖੁਸ਼ੀ ਗਮੀ ਤਾਂ ਹਰ ਪਰਿਵਾਰ ਦੇ ਵਿੱਚ ਇੱਕ ਹਿੱਸਾ ਹੁੰਦਾ ਹੀ ਆ। ਆਪਾਂ ਉਹਦੇ ਕਾਰਨ ਆਏ। ਮੇਰੇ ਫਾਦਰ ਸਾਹਿਬ ਦਾ ਐਕਸੀਡੈਂਟ ਹੋਇਆ ਸੀਗਾ, ਅਸੀਂ ਉਹਨਾਂ ਦੇ ਕੋਲ ਆਏ ਸੀ, ਮੇਜਰ ਐਕਸੀਡੈਂਟ ਸੀ, ਅਸੀਂ ਉਹਨਾਂ ਦੇ ਕੋਲ ਆਏ ਸੀ। ਬਟ ਗਵਰਨਮੈਂਟ ਨੇ ਬਿਨਾਂ ਨੋਟਿਸ ਜਾਂ ਕਿ ਬਿਨਾਂ ਸਮਾਂ ਦਿੱਤੇ ਅਸੀਂ ਇਹ ਬਾਰਡਰ ਕਲੋਜ਼ ਕਰ ਦਿੱਤੇ। ਅਤੇ ਉਸ ਤੋਂ ਬਾਅਦ ਬਹੁਤ ਜਾਣੇ ਵਾਪਸ ਵੀ ਜਿੱਦਾਂ ਜਾ ਰਹੇ ਆ ਰਹੇ ਆ, ਬਟ ਜਿਹੜੇ ਸਾਡੇ ਵੀਜ਼ਾ ਹੋਲਡਰਸ ਨੇ ਉਹਨਾਂ ਨੂੰ ਇਹਨਾਂ ਨੇ ਬਿਲਕੁਲ ਹੀ ਅਣਗੌਲਿਆਂ ਕਰ ਦਿੱਤਾ ਅਤੇ ਕੋਈ ਮੌਕਾ ਵੀ ਨਾ ਸਾਡਾ ਵਾਪਸ ਜਾਣ ਲਈ ਛੱਡਿਆ। ਸੋ ਮੋਟੇ ਤੌਰ 'ਤੇ ਜਿਵੇਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਮੈਂ ਜ਼ਿਕਰ ਕੀਤਾ ਸੀ, ਐਥਨਿਕ ਕਮਿਊਨਿਟੀਜ਼ ਦੀ ਪੋਰਟਫੋਲੀਓ ਹੋਲਡ ਕਰਦੀ ਭਾਰਤੀ ਮੂਲ ਦੀ ਕੁੜੀ ਜਿਹੜੀ ਪਹਿਲੀ ਵਾਰ ਮਹਿਲਾ ਇਲੈਕਟਡ MP ਬਣੀ ਔਰ ਲਗਭਗ 3.5 ਪੋਰਟਫੋਲੀਓ ਦੇ ਕੋਲ ਨੇ। ਐਥਨਿਕ ਕਮਿਊਨਿਟੀ ਦੀ ਮਿਨਿਸਟਰ ਹੋਣ ਦੇ ਨਾਤੇ ਜਦੋਂ ਉਹਨਾਂ ਦੇ ਨਾਲ ਸਵਾਲ ਜਵਾਬ ਕੀਤੇ ਜਾਂਦੇ ਨੇ ਤਾਂ ਉਹ ਆਖਦੇ ਨੇ ਕਿ ਇਹ ਮੇਰਾ ਮਹਿਕਮਾ ਨਹੀਂ, ਜਿਹੜੇ ਵਿਅਕਤੀ ਦਾ ਇਹ ਮਹਿਕਮਾ ਉਸ ਦਾ ਨਾਮ ਮਿਸਟਰ ਕ੍ਰਿਸ ਫਾਫੋਈ ਹੈ। ਭਾਵੇਂ ਕਿ ਵੱਖ-ਵੱਖ ਸਮਿਆਂ ਦੇ ਉੱਤੇ ਮੁੱਖ ਵਿਰੋਧੀ ਪਾਰਟੀ ਵੱਲੋਂ, ਨੈਸ਼ਨਲ ਪਾਰਟੀ ਵੱਲੋਂ ਐਰਕਾ ਸਟੈਨਫੋਰਡ ਜਿਹੜੇ ਕਿ ਪੰਜਾਬੀ ਕਮਿਊਨਿਟੀ ਦੇ ਕਾਫੀ ਨਜ਼ਦੀਕ ਨੇ, ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਇਸ ਮੁੱਦੇ ਨੂੰ ਗਾਹੇ ਬਗਾਹੇ ਚੁੱਕਿਆ, ਲੇਕਿਨ ਉਨੀ ਸ਼ਿੱਦਤ ਦੇ ਨਾਲ ਇਸ ਦਾ ਜਵਾਬ ਕਦੇ ਵੀ ਕਿਤੋਂ ਵੀ ਨਹੀਂ ਮਿਲਿਆ। ਨੈਸ਼ਨਲ ਪਾਰਟੀ ਦੇ ਨਾਲ ਨਾਲ ਗ੍ਰੀਨ ਪਾਰਟੀ ਜਾਂ ਐਕਟ ਪਾਰਟੀ ਵੀ ਇਸ ਦੇ ਉੱਤੇ ਸਮੇਂ-ਸਮੇਂ ਸਿਰ ਆਵਾਜ਼ ਉਠਾਉਂਦੀ ਰਹੀ ਹੈ, ਲੇਕਿਨ ਜਿੰਨੀ ਤਨਦੇਹੀ ਦੇ ਨਾਲ ਪਾਰਲੀਮੈਂਟ ਦੇ ਵਿੱਚ ਇਸ ਸੰਬੰਧੀ ਰਸਮੀ ਤੌਰ 'ਤੇ ਸਵਾਲ ਹੋਣੇ ਚਾਹੀਦੇ ਸਨ, ਉਹ ਸਵਾਲ ਸ਼ਾਇਦ ਨਹੀਂ ਹੋ ਸਕੇ। ਗੁਰਜੀਤ ਸਿੰਘ ਵਰਗੇ ਸੈਂਕੜੇ ਹੀ ਭੈਣਾਂ ਭਰਾ ਇਸ ਮੁਲਕ ਦੇ ਵਿੱਚ ਰੁਲ ਰਹੇ ਨੇ, ਜਿਹੜੇ ਕਿ ਨਿਊਜ਼ੀਲੈਂਡ ਦੀ ਸਰਕਾਰ, ਨਿਊਜ਼ੀਲੈਂਡ ਦੇ ਲੋਕਾਂ ਦੇ ਲਈ ਆਪਣੀਆਂ ਸੇਵਾਵਾਂ ਦੇ ਰਹੇ ਸਨ। ਆਪਣੀ ਜਵਾਨੀ ਦੇ ਉਪਜਾਊ ਵਰੇ ਉਸ ਮੁਲਕ ਨੂੰ ਦੇਣ ਦੀ ਬਜਾਏ ਇੰਨੀ ਵੱਡੀ ਇਨਵੈਸਟਮੈਂਟ ਕਰਨ ਤੋਂ ਬਾਅਦ ਅੱਜ ਇਸ ਮੁਲਕ ਦੇ ਵਿੱਚ ਰਹਿਣ ਲਈ ਮਜਬੂਰ ਨੇ। ਹਾਲਾਂਕਿ ਫੈਸਲਾ ਸਰਕਾਰ ਦਾ ਸੀ। ਮਾਣਯੋਗ ਪ੍ਰਧਾਨ ਮੰਤਰੀ ਜਸਿੰਡਾ ਆਰਡਰਨ ਨੇ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਪਾਬੰਦੀਆਂ ਚੁੱਕੀਆਂ। ਵੱਖ-ਵੱਖ ਵੀਜ਼ਿਆਂ ਦੇ ਉੱਤੇ ਇੱਥੇ ਮੁਲਕਾਂ ਦੇ ਵਿੱਚ ਵੱਖ-ਵੱਖ ਮੁਲਕਾਂ 'ਚ ਫਸੇ ਲੋਕਾਂ ਨੂੰ ਮੁਲਕ ਦੇ ਵਿੱਚ ਵਾਪਸ ਆਉਣ ਦੇ ਲਈ ਕੋਈ ਨਾ ਕੋਈ ਕੰਡੀਸ਼ਨ ਲਾ ਕੇ ਉਹਨਾਂ ਨੂੰ ਆ ਲੈਣ ਦਿੱਤਾ। ਲੇਕਿਨ ਇਹ ਉਹ ਕੈਟਾਗਰੀ ਆ, ਇਹ ਉਹ ਸ਼੍ਰੇਣੀ ਆ ਜਿਹਦੇ ਬਾਰੇ ਹਾਲੇ ਵੀ ਕਦੇ ਖੁੱਲ੍ਹ ਕੇ ਚਰਚਾ ਨਹੀਂ ਹੋਈ। ਅਸੀਂ ਚਾਹਾਂਗੇ ਕਿ ਸਾਰਥਕ ਚਰਚਾ ਹੋਣੀ ਚਾਹੀਦੀ ਹੈ। ਗੁਰਜੀਤ ਸਿੰਘ ਜੀ ਆਖਰ ਦੇ ਵਿੱਚ ਆਪਣੇ ਭੈਣਾਂ ਭਰਾਵਾਂ ਨੂੰ ਜਿਹੜੇ ਉੱਥੇ ਮੌਜੂਦ ਨੇ ਨਿਊਜ਼ੀਲੈਂਡ ਦੇ ਵਿੱਚ ਵੱਡਾ ਭਾਈਚਾਰਾ ਵਸਦਾ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ? ਕਿਉਂਕਿ ਬਹੁਤ ਵੱਖ-ਵੱਖ ਜਥੇਬੰਦੀਆਂ ਨੇ। ਔਰ ਫਿਰ ਆਪਣੀ ਗੱਲ ਹੋ ਰਹੀ ਸੀ ਕਿ ਪਹਿਲਾਂ ਵੀ ਇਮੀਗ੍ਰੇਸ਼ਨ ਦੀਆਂ ਪਾਲਿਸੀਆਂ ਉਹ ਨਰਮ ਉੱਦਾਂ ਹੀ ਨਹੀਂ ਹੋਈਆਂ, ਉਹਦੇ ਪਿੱਛੇ ਬਹੁਤ ਯਤਨ ਕਰਨੇ ਪਏ। ਤੁਹਾਡੇ ਕੇਸ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਯਤਨ ਕਰਨ ਦੀ ਜ਼ਰੂਰਤ ਹੈ। ਆਪਣੇ ਵੱਡੇ ਭੈਣਾਂ ਭਰਾਵਾਂ ਨੂੰ ਕੀ ਕਹਿਣਾ ਚਾਹੋ? ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪਹਿਲਾਂ ਵੀ ਸਾਡੀ ਬਹੁਤ ਮਦਦ ਕਰਦੇ ਆ ਰਹੇ ਆ, ਅਤੇ ਅੱਗੇ ਤੋਂ ਮੈਂ ਉਹਨਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਇਹੀ ਕਰਦਾ ਹਾਂ, ਭਾਵੇਂ ਜਿਨ੍ਹਾਂ ਭੈਣ ਭਰਾਵਾਂ ਦੇ ਰੈਸੀਡੈਂਸੀ ਹੋ ਰਹੀ ਆ, ਮੁਬਾਰਕਬਾਦ ਆ ਉਹਨਾਂ ਨੂੰ ਵੀ। ਉਹਨਾਂ ਅੱਗੇ ਵੀ ਇਹੀ ਬੇਨਤੀ ਹੈ ਕਿ ਸਾਰੇ ਨਵੇਂ ਭੈਣ ਭਰਾ ਜਿਨ੍ਹਾਂ ਰੈਸੀਡੈਂਸੀਆਂ ਹੋ ਰਹੀਆਂ ਜਾਂ ਜਿਹੜੇ ਪੁਰਾਣੇ ਵੱਡੇ ਸਾਡੇ ਵਡੇਰੇ ਆ, ਸਾਰਿਆਂ ਅੱਗੇ ਹੀ ਇਹੀ ਰਿਕੁਐਸਟ ਆ ਵੀ ਅੱਗੇ ਆਓ। ਅਸੀਂ ਵੀ ਤੁਹਾਡੇ ਭੈਣ ਭਰਾ ਆ, ਅਸੀਂ ਵੀ ਤੁਹਾਨੂੰ ਵੇਖਣਾ ਚਾਹੁੰਦੇ ਹਾਂ, ਤੁਸੀਂ ਸਾਨੂੰ ਵੇਖਣਾ ਚਾਹੁੰਦੇ ਜੇ। ਅੱਗੇ ਆਓ, ਹਿੰਮਤ ਕਰੋ ਤਾਂ ਜੋ ਆਪਾਂ ਇੱਥੇ ਵਾਪਸ ਆ ਸਕੀਏ, ਤੁਹਾਡੇ ਨਾਲ ਮੇਲ ਮਿਲਾਪ ਰੱਖ ਸਕੀਏ। ਅਤੇ ਜਿਹੜੀਆਂ ਵੱਖ-ਵੱਖ ਪਾਰਟੀਆਂ ਆ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਹ ਬਹੁਤ ਔਖਾ ਸਮਾਂ ਹੈ ਸਾਡੇ ਲਈ, ਬਹੁਤ ਔਖੇ ਸਮੇਂ 'ਚ ਗੁਜ਼ਰ ਰਹੇ ਹਾਂ। ਪਰਿਵਾਰਾਂ ਦੇ ਪਰਿਵਾਰ ਹੀ ਬਹੁਤ ਵਿਛੜ ਰਹੇ ਨੇ, ਬੁਰੇ ਹਾਲਾਤ ਬਣ ਰਹੇ ਨੇ, ਕਿਉਂਕਿ ਇੱਥੋਂ ਜਦੋਂ ਜਾਂਦੇ ਆਪਾਂ ਬਹੁਤ ਕੁਛ ਲਗਾ ਕੇ ਹੀ ਜਾਂਦੇ ਹਾਂ। ਬੇਨਤੀ ਕਰਦੇ ਹਾਂ ਕਿ ਉੱਥੋਂ ਦੇ ਭੈਣ ਭਰਾ ਅੱਗੇ ਆਉਣ, ਜੋ ਵੀ ਸਾਡੇ ਵਡੇਰੇ ਨੇ, ਚਾਹੇ ਉਹ ਕਮਿਊਨਿਟੀਜ਼ ਨੇ, ਧਾਰਮਿਕ ਲੀਡਰ ਨੇ, ਚਾਹੇ ਉਹ ਪੋਲੀਟੀਕਲ ਪਾਰਟੀਆਂ ਨੇ, ਸਾਰੇ ਵਖਰੇਵੇਂ ਛੱਡ ਕੇ ਇਸ ਮੁੱਦੇ ਨੂੰ ਅੱਗੇ ਵਿਚਾਰ ਕਰਨ ਅਤੇ ਜ਼ਰੂਰ ਸਾਡੇ ਪੱਖ ਦਾ ਸੋਚਣ। ਧੰਨਵਾਦ ਜੀ। ਬਹੁਤ ਨਾਜ਼ੁਕ ਵਿਸ਼ੇ 'ਤੇ ਗੱਲਾਂ ਬਾਤਾਂ ਹੋ ਰਹੀਆਂ ਸਨ। ਨਿਊਜ਼ੀਲੈਂਡ ਦੇ ਸਮਾਜ ਦੇ ਵਿੱਚ ਬੀਤੇ 2 ਦਹਾਕਿਆਂ ਤੋਂ ਰਹਿੰਦਿਆਂ ਅਤੇ ਮੇਰੇ ਸਾਥੀ ਨਵਤੇਜ ਰੰਧਾਵਾ ਜਿਹੜੇ ਕਿ ਚੌਥੀ ਪੀੜ੍ਹੀ ਤੋਂ ਇਸ ਮੁਲਕ ਦੇ ਵਿੱਚ ਨਿਊਜ਼ੀਲੈਂਡ ਦੇ ਵਸਨੀਕ ਨੇ, ਭਾਵੇਂ ਕਿ ਸਾਡਾ ਕੋਈ ਵੀ ਭੈਣ ਜਾਂ ਭਰਾ ਇਸ ਸ਼੍ਰੇਣੀ 'ਚ ਨਹੀਂ, ਲੇਕਿਨ ਅਸਲ ਵਿੱਚ ਸਾਡੇ ਇਹ ਭੈਣ ਭਰਾ ਜਿਹੜੇ ਇਸ ਵਕਤ ਦੁੱਖ ਦੇ ਵਿੱਚੋਂ ਲੰਘ ਰਹੇ ਨੇ, ਇਹ ਸਾਨੂੰ ਆਪਣੇ ਭੈਣਾਂ ਭਰਾਵਾਂ ਤੋਂ ਵੀ ਵੱਧ ਪਿਆਰੇ ਨੇ। ਐ सितमगर अगर तुम्हें ज़िद है हम ही पे बिजलियाँ गिराने की तो हमें भी ज़िद है यहीं पे आशियाँ बनाने की। ਮੇਰਾ ਇਹ ਮੰਨਣਾ ਹੈ ਕਿ ਨਿਊਜ਼ੀਲੈਂਡ ਸਾਡੇ ਨਾਲ ਭੈਣਾਂ ਭਰਾਵਾਂ ਦਾ ਘਰ ਹੈ ਅਤੇ ਆਉਂਦੇ ਸਮੇਂ 'ਚ ਹੋਣਾ ਵੀ ਚਾਹੀਦਾ ਹੈ। ਆਓ ਇਸ ਦੇ ਵਾਸਤੇ ਯਤਨ ਕਰਦੇ ਰਹੀਏ। ਮਿਹਰਬਾਨੀ। Kia ora, sat sri akal. We are here visiting India at the moment, and we are on our way to cross the border. But before that, we are visiting one of the families, in fact, who have been severely affected by what's really taken on as a COVID-19 outcry. And here in Amritsar, we are meeting one of the victims who, without their own control, have lost the right to come to New Zealand. Politically and socially, it has affected families severely. We have listened to their concerns, and we are here firsthand, in fact, about to do a small interview
asking Gurmeet Singh how his family, his socio-economic situation has changed since he's not now even holding a valid visa without any reason, just because the government decided not to allow the expired visa holders to renew their visas so they can get back to New Zealand. So Gurmeet, ਸਤਿ ਸ਼੍ਰੀ ਅਕਾਲ। ਸੋ ਗੁਰਮੀਤ, ਮੈਨੂੰ ਦੱਸੋ ਕਿ ਤੁਸੀਂ ਨਿਊਜ਼ੀਲੈਂਡ ਕਿਹੜੇ ਸੰਨ 'ਚ ਗਏ ਸੀ? ਸਪੈਸ਼ਲੀ ਬਹੁਤ ਮਿਹਰਬਾਨੀ ਤੁਸੀਂ ਇੱਥੇ ਆਏ। ਮੇਰਾ ਨਾਮ ਗੁਰਮੀਤ ਸਿੰਘ ਹੈ ਅਤੇ ਮੈਂ ਨਿਊਜ਼ੀਲੈਂਡ 2018 'ਚ ਗਿਆ ਸੀ। 18 ਮਈ 2018 ਨੂੰ ਗਿਆ ਸੀ ਅਤੇ ਲੈਵਲ 5-6 ਦੀ ਸਟੱਡੀ ਲਈ ਗਿਆ ਸੀ IT ਦੇ ਵਿੱਚ। ਅਤੇ ਆਫਟਰ ਡੈਟ ਮੈਂ 19 ਫੈਬ 2020 ਨੂੰ ਆਇਆ ਸੀ। ਡਿਊ ਟੂ ਬ੍ਰਦਰ ਦੀ ਮੈਰਿਜ ਸੀ, ਉਹਦੇ 'ਤੇ ਵੀ ਆਇਆ ਸੀ, ਐਸ ਵੈਲ ਐਸ ਕੁਝ ਪ੍ਰੋਬਲਮ ਸੀ, ਇਸ਼ੂ ਸੀ ਮੇਰੀ ਪਲੇਸ ਨੂੰ ਲੈ ਕੇ, ਅਤੇ ਉਹਦੇ ਚੱਕਰ ਕਰਕੇ ਵੀ ਆਇਆ ਸੀ ਜੀ। ਸੋ ਕਿੰਨਾ ਕੁ ਪੈਸਾ ਲਾ ਕੇ ਤੁਸੀਂ ਉੱਥੇ ਗਏ? ਵੀ ਕੈਨ ਸੇ ਅਪਰੋਕਸੀਮੇਟਲੀ ਆਈ ਸਪੈਂਟ 18 ਲੱਖ। ਸੋ ਜਦੋਂ ਤੁਸੀਂ ਵਾਪਸ ਆਏ, ਕੀ ਤੁਹਾਡੀ ਕੋਈ ਇੰਟੈਂਸ਼ਨ ਸੀ ਕਿ ਤੁਸੀਂ ਵਾਪਸ ਨਹੀਂ ਜਾਣਾ? ਨਹੀਂ, ਇੱਦਾਂ ਦਾ ਤਾਂ ਕੋਈ ਮਾਇੰਡ 'ਚ ਵੀ ਨਹੀਂ ਆਇਆ, ਬਿਕੋਜ਼ ਜਦੋਂ ਮੈਂ ਉੱਥੋਂ ਆਇਆ ਸੀ ਮੈਨੂੰ ਇਹ ਸੀ ਵੀ ਮੈਂ ਵਿਦਿਨ 20 ਡੇ ਦੇ ਵਿੱਚ ਵਾਪਸ ਆ ਜਾਣਾ ਵਾ। ਅਤੇ ਇੱਕ ਪਾਸੇ ਮੈਂ ਅਪਰੋਕਸੀਮੇਟਲੀ 8 ਲੱਖ ਆਪਣੀ ਫੀਸ ਲੈਵਲ 6 ਦੀ ਭਰ ਕੇ ਆਇਆ ਸੀ, ਜਿਹੜੀ ਮੈਂ ਮਿਹਨਤ ਕਰਕੇ ਉੱਥੇ ਕੀਤੀ ਸੀ, ਥੋੜ੍ਹੀ ਫੈਮਿਲੀ ਤੋਂ ਵੀ ਮੰਗਾਈ ਸੀ। ਪਰ ਜੇ ਇੱਦਾਂ ਦਾ ਸੋਚਣਾ ਹੁੰਦਾ ਤਾਂ ਫਿਰ ਮੈਂ ਫੀਸ ਨਹੀਂ ਪੇ ਕਰਨੀ। ਅਤੇ ਇਹਦਾ ਡਿਊ ਟੂ ਕੋਵਿਡ-19 ਕਰਕੇ 19 ਮਾਰਚ 2020 ਨੂੰ ਮੇਰੀ ਫਲਾਈਟ ਸੀ। ਮੈਂ ਅੰਮ੍ਰਿਤਸਰ ਏਅਰਪੋਰਟ ਤੋਂ ਵਾਪਸ ਆਇਆ ਵਾ। 6:45 'ਤੇ ਮੇਰੀ ਫਲਾਈਟ ਸੀ। So you were on your way back to New Zealand? Yes. So ਗੁਰਮੀਤ, ਮੈਨੂੰ ਦੱਸੋ ਕਿ ਇਸ ਸਾਰੇ ਦੇ ਬਾਅਦ ਜਦੋਂ ਤੁਸੀਂ ਬਾਰਡਰ ਸ਼ਟ ਡਾਊਨ ਹੁੰਦੇ ਦੇਖੇ, ਆਪਣੀ ਉੱਥੇ ਨਿਊਜ਼ੀਲੈਂਡ ਦੇ ਵਿੱਚ ਵਾਪਸ ਆਉਣ ਦੀ ਜਿਹੜੀ ਨੈਚੁਰਲੀ ਤੁਹਾਡੀ ਕੋਸ਼ਿਸ਼ ਸੀ, ਉਸਨੂੰ ਕਿੱਦਾਂ ਬਰਕਰਾਰ ਰੱਖਿਆ? ਮੈਂ ਮੇਲਸ ਵੀ ਕੀਤੀਆਂ ਨਿਊਜ਼ੀਲੈਂਡ ਇਮੀਗ੍ਰੇਸ਼ਨ ਰਿਗਾਰਡਿੰਗ ਮਾਈ ਪੋਸਟ ਸਟੱਡੀ ਵਰਕ ਵੀਜ਼ਾ, ਬਿਕੋਜ਼ ਮੈਂ ਆਪਣੀ ਜਿਹੜੀ ਸਟੱਡੀ ਸੀ ਔਨਲਾਈਨ ਫਿਨਿਸ਼ ਕਰਤੀ 5 ਜੂਨ 2020 ਨੂੰ। ਅਤੇ ਉਸ ਤੋਂ ਬਾਅਦ ਪੋਸਟ ਸਟੱਡੀ ਵਰਕ ਵੀਜ਼ਾ ਪਾਇਆ, ਕੋਈ ਵੀ ਰਿਪਲਾਈ ਨਹੀਂ ਆਇਆ। ਅਤੇ ਹੁਣ ਹਰ ਵੇਲੇ ਕੋਈ ਟੈਨਸ਼ਨ ਰਹਿੰਦੀ ਹੈ ਵੀ ਕੀ ਪਤਾ ਵੀਜ਼ਾ ਦੇਣਾ ਜਾਂ ਨਹੀਂ ਦੇਣਾ। ਘਰਦਿਆਂ ਨੂੰ ਵੀ ਇਹੋ ਸਟਰੈਸ ਰਹਿੰਦਾ ਵਾ, ਕਿਉਂਕਿ ਅਪਰੋਕਸੀਮੇਟਲੀ 28 ਲੱਖ ਮੇਰਾ ਖਰਚ ਹੋ ਗਿਆ ਵਾ ਨਿਊਜ਼ੀਲੈਂਡ ਦੇ ਉੱਤੇ। ਉਹ ਮੈਂ ਜਾਣਦਾ ਵੀ ਜਿੱਦਾਂ ਮਿਹਨਤ ਕੀਤੀ ਆ, ਉੱਥੇ ਵੀ ਮੈਂ ਸਿਕਿਉਰਿਟੀ ਕਰਦਾ ਰਿਹਾ ਸੀ, ਵੀ ਉਹੀ ਇਹੋ ਇੱਕੋ ਗੱਲ ਦੀ ਟੈਨਸ਼ਨ ਰਹਿੰਦੀ ਹਰ ਵੇਲੇ। ਸੋ ਤੁਸੀਂ ਕਹਿ ਰਹੇ ਕਿ ਮੈਂਟਲੀ ਵੀ ਤੁਸੀਂ ਬਹੁਤ ਜ਼ਿਆਦਾ ਸਟਰੈਸ ਦੇ ਵਿੱਚ ਆ। ਪਰਿਵਾਰ ਤੁਹਾਡਾ ਮੱਧ ਵਰਗੀ ਪਰਿਵਾਰ ਨੈਚੁਰਲੀ ਤੁਸੀਂ ਦੱਸਿਆ, ਸੋ ਸੋਰਸ ਆਫ ਇਨਕਮ ਵੀ ਜਿਹੜੇ ਆ ਉਹ ਵੀ ਸੀਮਿਤ ਆ। ਅਤੇ ਮੈਨੂੰ ਦੱਸੋ ਕਿ ਜਿਵੇਂ ਸਰਕਾਰ ਦਾ ਹੁਣ ਤੱਕ ਦਾ ਰਵੱਈਆ, ਤੁਸੀਂ ਉਹਨੂੰ ਕਿੱਦਾਂ ਦੇਖਦੇ ਹੋ? ਸਰਕਾਰ ਦਾ ਰਵੱਈਆ ਤਾਂ ਸਾਡੇ ਲਈ ਬਹੁਤ ਹੀ ਮਾੜਾ ਵਾ ਜੀ, ਕਿਉਂਕਿ ਕਈ ਸਾਡੇ ਨਾਲ ਹੀ ਇੱਥੇ ਸਟੱਕ ਸੀ, ਜਿੱਦਾਂ ਸਕੈਂਸੀਅਲ ਸਕਿੱਲ ਵਰਕ ਵਾਲੇ ਸੀ, ਹੋਰ ਵੀ ਕਈ ਮੇਰੇ ਫਰੈਂਡ ਸੀ ਜਿਹੜੇ ਉਹ ਚਲੇ ਗਏ ਆ। ਪਰ ਸਾਡਾ ਜਿੱਦਾਂ ਪੋਸਟ ਸਟੱਡੀ ਵਰਕ ਵੀਜ਼ੇ ਵਾਲਿਆਂ ਦਾ ਕੋਈ ਵੀ ਹਜੇ ਤੱਕ ਜਵਾਬ ਨਹੀਂ ਦੇ ਰਹੇ। ਜੇ ਅਸੀਂ ਮੇਲ ਕਰਦੇ ਹਾਂ ਉਹਦਾ ਵੀ ਜਵਾਬ ਨਹੀਂ ਸਾਨੂੰ ਆ ਰਿਹਾ। ਸਾਨੂੰ ਇਹੋ ਹੈ ਵੀ ਸਾਨੂੰ ਹਾਂ ਜਾਂ ਨਾ 'ਚ ਜਵਾਬ ਦੇ ਦੇਣਾ, ਅਸੀਂ ਆਪਣਾ ਫਿਊਚਰ ਕਿਸੇ ਨਾ ਕਿਸੇ ਪਾਸੇ ਲਾ ਲਈਏ। ਸੋ ਗੁਰਮੀਤ, ਤੁਹਾਡੇ ਵਰਗੇ ਕਿੰਨੇ ਹੋਰ ਇੱਥੇ ਇੰਡੀਆ ਦੇ ਵਿੱਚ ਸਟੱਕ ਨੇ ਜਿਨ੍ਹਾਂ ਤੁਸੀਂ ਫਸਟ ਹੈਂਡ ਜਾਣਦੇ ਹੋ? ਕਿਉਂਕਿ ਮੈਨੂੰ ਪਤਾ ਤੁਸੀਂ ਬਹੁਤ ਐਜੀਟੇਸ਼ਨਸ ਦਾ ਵੀ ਹਿੱਸਾ ਬਣੇ ਹੋ, ਪ੍ਰੋਟੈਸਟ ਦਾ ਹਿੱਸਾ ਬਣੇ ਹੋ, ਦਿੱਲੀ ਤੱਕ ਗਏ ਹੋ। ਕਿੰਨੇ ਕੁ ਇੱਥੇ ਅਪਰੋਕਸੀਮੇਟ ਹੋਣਗੇ? ਸਰ ਆਲਮੋਸਟ ਤਾਂ ਬਹੁਤ ਜਣੇ ਆ, ਪਰ ਜੇ ਉਹਨਾਂ ਦੀਆਂ ਸਟੋਰੀਆਂ ਸੁਣੀਏ ਨਾ ਤਰਸ ਹੀ ਆਉਂਦਾ ਉਹਨਾਂ 'ਤੇ ਵੀ, ਕਿਉਂਕਿ ਸਾਡੇ ਤੋਂ ਵੀ ਮਾੜੇ ਇੱਥੇ ਕਈ ਹੈਗੇ ਨੇ ਜਿਨ੍ਹਾਂ ਦੀ ਇਕੱਲੇ ਫੈਮਿਲੀ ਦੇ ਵਿੱਚ ਉਹੋ ਹੀ ਜਣੇ ਸੀ ਜਿਹੜੇ ਕਮਾਉਣ ਵਾਲੇ ਸੀ, ਉਹ ਵੀ ਇੱਥੇ ਆ ਕੇ ਸਟੱਕ ਹੋ ਗਏ ਆ। ਕੋਈ ਫੈਮਿਲੀ ਦੀ ਪ੍ਰੋਬਲਮ ਕਰਕੇ ਆਇਆ ਸੀ, ਜਿੱਦਾਂ ਫਾਦਰ ਸਾਹਿਬ ਨੇ ਕਿਸੇ ਦਾ ਠੀਕ, ਕੋਈ ਕਿਸੇ ਨਹੀਂ। ਇੱਕ ਮੈਨੂੰ ਆਪਣਾ ਇੱਦਾਂ ਹੀ ਪ੍ਰੋਟੈਸਟ ਦੇ ਵਿੱਚ ਹੀ ਮਿਲਿਆ ਸੀ, ਉਹ ਜੂਸ ਦੀ ਰੇਹੜੀ ਤੱਕ ਲਾਉਂਦਾ ਸੀ। ਵੀ ਲਾਸਟ ਆਉਂਦਾ ਮੈਨੂੰ ਇਹ ਤੋਂ ਵੱਧ ਕੋਈ ਆਪਸ਼ਨ ਨਹੀਂ ਦਿਸਣ ਦੀ, ਵੀ ਇੱਥੋਂ ਤੱਕ ਅਸੀਂ ਆ ਗਏ ਹਾਂ। ਵੀ ਕਿਉਂਕਿ ਜੋਬ 'ਤੇ ਤੁਹਾਨੂੰ ਪਤਾ ਹੀ ਹੈ ਅਨਐਮਪਲੋਇਮੈਂਟ ਬਹੁਤ ਹੈ ਪੰਜਾਬ ਦੇ ਵਿੱਚ, ਇਸ ਕਰਕੇ ਬਹੁਤ ਪ੍ਰੋਬਲਮਸ ਹੈ। ਜੇ ਆਪਾਂ ਕਿਸੇ ਨੂੰ ਵੀ ਪੁੱਛਦੇ ਹਾਂ ਜਾਂ ਫਰੈਂਡਲੀ ਤੌਰ 'ਤੇ ਵੀ, ਉਹ ਵੀ ਇਹੋ ਆਉਂਦੇ ਨੂੰ ਸਟਰੈਸ ਹੁੰਦਾ ਹਰ ਵੇਲੇ। ਪਰਿਵਾਰ ਕਿਵੇਂ ਲੈ ਰਿਹਾ ਇਸ ਨੂੰ? ਪਰਿਵਾਰ ਨੂੰ ਤਾਂ ਸਭ ਤੋਂ ਵੱਧ ਟੈਨਸ਼ਨ ਹੁੰਦੀ, ਸਪੈਸ਼ਲੀ ਪੇਰੈਂਟਸ, ਕਿਉਂਕਿ ਆਲਮੋਸਟ 2 ਈਅਰਸ 'ਤੇ ਹੋ ਗਏ ਸਾਨੂੰ ਇੱਥੇ ਰਹਿੰਦਿਆਂ ਨੂੰ। ਇਸ ਤੋਂ ਵੱਧ ਜੋ ਸਾਨੂੰ ਰੱਖ ਵੀ ਨਹੀਂ ਸਕਦੇ। ਉਹ ਵੀ ਆਉਂਦੇ ਆ ਵੀ ਭਾਵੇਂ ਕਿਸੇ ਦਾ ਵੀ ਕੰਟਰੀ ਦਾ ਵੀਜ਼ਾ ਲਾ ਲਓ, ਜੇ ਨਹੀਂ ਉਹ ਤੁਹਾਨੂੰ ਦੇਣ ਡੇ। ਇਸ ਕਰਕੇ ਸਾਡਾ ਅਸੀਂ ਹੋਰ ਨਹੀਂ, ਪੈਸਾ ਇੰਨਾ ਹੈ ਵੀ ਨਹੀਂ ਵੀ ਅਸੀਂ ਹੋਰ ਕਿਤੇ ਇਨਵੈਸਟ ਕਰ ਦਈਏ। ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਤੁਸੀਂ ਜਿਸ ਸਥਿਤੀ ਦੇ ਵਿੱਚ, ਉਹ ਸਮਾਂ ਵੀ ਬਹੁਤ ਘੱਟ ਹੈ ਤੁਹਾਡੇ ਕੋਲ ਇਸ ਨੂੰ ਨਜਿੱਠਣ ਦਾ, ਸੋ ਕੀ ਚਾਹੋਗੇ ਸਰਕਾਰ ਨੂੰ, ਕੀ ਅਪੀਲ ਕਰਨਾ ਚਾਹੋਗੇ? ਸੋ ਵਾਟਸ
the most foremost, I guess, request you would like to make to the government of New Zealand at the moment, Gurmeet? What should they do? ਸਰਕਾਰ ਨੂੰ ਤੇ ਇਹੋ ਰਿਕੁਐਸਟ ਕਰਦੇ ਆ ਵੀ ਸਾਡਾ ਜਿੱਦਾਂ ਆਸਟ੍ਰੇਲੀਆ ਨੇ ਵੀਜ਼ੇ ਵਧਾਤੇ ਆ, ਸਾਡੇ ਵੀ ਵੀਜ਼ੇ ਵਧਾਏ ਜਾਣ। ਐਂਡ ਜਿੱਦਾਂ ਜਿੱਦਾਂ ਉਹ ਆਸਟ੍ਰੇਲੀਆ ਕੈਨੇਡਾ ਹੈਲਪ ਹਰ ਇੱਕ ਕੰਟਰੀ ਨੇ ਵੀਜ਼ੇ ਵਧਾਏ ਆ, ਆਲਮੋਸਟ ਸਾਰਿਆਂ ਦੇ ਵਧਾਏ। 'ਚ ਸਾਡਾ ਕਸੂਰ ਨਹੀਂ ਹੈ ਵੀ ਅਸੀਂ ਕੋਵਿਡ ਆ ਗਏ ਤੇ ਇੱਥੇ ਰਹਿ ਗਏ ਹਾਂ, ਅਸੀਂ ਜਾਣਾ ਚਾਹੁੰਦੇ ਹਾਂ ਪਰ ਸਾਨੂੰ ਲੈ ਕੇ ਨਹੀਂ ਜਾਣ ਡੇ। So, most importantly, Gurmeet has said that just as the Australian government, in fact, kindly so have extended the visas of the expired visa holders in their countries, New Zealand should follow the suit and in fact allow them to renew their visa, so there is a corridor, a gateway still open for them to come back to New Zealand, because that's where they would like to go back to and start a new future. That's what they planned for, and they don't really have too much money to try any other country, and the whole family, as Gurmeet said, depends on them. Gurmeet, anything else you want to say finally to the viewers and also to the other stakeholders, community leaders who also will get this message? ਸਪੈਸ਼ਲੀ ਮੈਂ ਤੇ ਉੱਥੇ ਪੰਜਾਬੀ ਕਮਿਊਨਿਟੀ ਜਿੰਨੀ ਵੀ ਮੇਰਾ ਫਰੈਂਡ ਸਰਕਲ ਵੀ ਆ A to Z, ਮੈਂ ਹਰ ਇੱਕ ਨੂੰ ਕਹਿਣਾ ਚਾਹੁੰਦਾ ਸਾਡੀ ਮਦਦ ਕੀਤੀ ਜਾਵੇ, ਸਾਡੇ ਲਈ ਆਵਾਜ਼ ਬਣ ਕੇ ਇੱਕ ਵਾਰੀ ਉੱਠਿਆ ਜਾਵੇ, ਕਿਉਂਕਿ 1,65,000 ਆਪਣਾ ਉੱਥੇ ਪੰਜਾਬੀ ਭਾਈਚਾਰਾ ਪੱਕਾ ਹੋਇਆ ਵਾ। ਇੱਕ ਵਾਰੀ ਸਾਡੇ ਲਈ ਆਵਾਜ਼ ਚੁੱਕ ਲੈਣ ਤੇ 5,000 ਅਸੀਂ ਜਿਹੜੇ ਰਹਿ ਗਏ ਹਾਂ ਕਿਤੇ ਨਾ ਕਿਸੇ ਬੰਨੇ, ਅਸੀਂ ਵੀਜ਼ੇ ਤੱਕ ਹੀ ਸਾਨੂੰ ਸੀਮਿਤ ਆ ਵੀ ਸਾਨੂੰ ਵੀਜ਼ੇ ਦਿੱਤੇ ਜਾਣ ਬਸ। ਸਪੈਸ਼ਲੀ ਦਲਜੀਤ ਭਾਜੀ ਸਿੱਖ ਸੁਸਾਇਟੀ ਵਾਲਿਆਂ ਨੂੰ ਵੀ ਰਿਕੁਐਸਟ ਹੀ ਆ ਵੀ ਸਾਡੀ ਹੈਲਪ ਕੀਤੀ ਜਾਵੇ। Thank you very much. And shortly we will take a small clip from the family in Punjabi as well. So what they have to say and how they would like the community to look after, or in fact make sure that their family doesn't suffer without any reasons or any issues they have raised. In fact, as Gurmeet said, he was here to visit a family event, a wedding of his brother. Who doesn't do that in New Zealand if you were in another country? Let's give him a chance to be a better New Zealander. He's committed to a New Zealand way of life. Let's make a difference. Gurmeet ਦੇ ਮਦਰ ਜਿਹੜੇ ਸਾਡੇ ਨਾਲ ਇਸ ਟਾਈਮ ਬੈਠੇ ਆ, ਪ੍ਰਭਾਵ ਇਫੈਕਟ ਸਫਰਜ ਜਿਹੜੀ ਆ ਸਿਰਫ ਇੱਕ ਸ਼ਖਸੀਅਤ, ਇੱਕ ਇਨਸਾਨ ਜਿਸ ਨੇ ਵੀਜ਼ੇ ਦੀ ਤਵੱਕੋ ਰੱਖੀ ਹੁੰਦੀ ਉੱਤੇ ਨਹੀਂ ਹੁੰਦਾ, ਉਸ ਦੇ ਪਰਿਵਾਰ ਦੇ ਉੱਤੇ ਵੀ ਇਸ ਦਾ ਬਹੁਤ ਅਸਰ ਪੈਂਦਾ। ਸੋ ਇੱਥੇ ਬੈਠਾ ਪਰਿਵਾਰ ਜਿਹੜਾ ਉਸ ਦੇ ਉੱਤੇ ਜਿਹੜਾ ਇਸ ਦਾ ਕੀ ਇਫੈਕਟ ਹੈ, ਅੱਜ ਇਹਨਾਂ ਦੇ ਮਦਰ ਸਾਹਿਬਾਨ ਜਿਹੜੇ ਨੇ ਗੁਰਮੀਤ ਦੇ, ਉਹ ਸਾਡੇ ਨਾਲ ਬੈਠੇ ਆ। ਹਾਂਜੀ, ਧੰਨਵਾਦ ਪਹਿਲੋਂ ਤਾਂ ਤੁਸੀਂ ਸਾਡੇ ਨਾਲ ਇੱਥੇ ਅੱਜ ਬੈਠੇ ਹੋ। ਮੈਨੂੰ ਪਤਾ ਇਹ ਬੜਾ ਉਹ ਸਮਾਂ ਜਦੋਂ ਕਿ ਮਨ ਦੇ ਵਿੱਚ ਜੋ ਅਰਮਾਨ ਹੁੰਦੇ ਆ, ਜਦੋਂ ਕਿ ਬੇਟਾ ਤੁਹਾਡਾ ਇੱਥੋਂ ਗਿਆ ਸੀ, ਪੈਸਾ ਜਦੋਂ ਤੁਸੀਂ ਲਾ ਕੇ ਭੇਜਦੇ ਹੋ ਅਤੇ ਉਸ ਦੇ ਵਿੱਚ ਇੱਕ ਤਵੱਕੋ ਹੁੰਦੀ ਹੈ ਕਿ ਹੁਣ ਸਾਡਾ ਭਵਿੱਖ ਵਧੀਆ ਹੋਣ ਲੱਗਾ। ਠੀਕ ਹੈ ਜੀ, ਇੱਥੇ ਹੁਣ ਬੱਚਾ ਤੁਹਾਡਾ ਸਟਕ ਹੈ, ਕਿੱਦਾਂ ਮਹਿਸੂਸ ਕਰ ਰਹੇ ਹੋ? ਟੈਨਸ਼ਨ 'ਚ ਹੀ ਰਹਿੰਦਾ ਆ ਅਤੇ ਅਸੀਂ ਵੀ ਫਿਰ ਜ਼ਿਆਦਾ ਟੈਨਸ਼ਨ 'ਚ ਹੀ ਰਹਿੰਦੇ ਹਾਂ ਜੀ। ਹਾਂਜੀ, ਸੋ ਨੈਚੁਰਲੀ ਤੁਹਾਡੇ ਪਰਿਵਾਰ ਦਾ ਮੁੱਖ ਜਿਹੜਾ ਸੋਰਸ ਆਫ ਇਨਕਮ, ਤੁਸੀਂ ਸੇਵਿੰਗ ਕਰਕੇ ਇੱਥੇ ਪੈਸਾ ਬਚਾ ਕੇ ਬਹੁਤ ਵੱਡਾ ਜਿਹੜਾ ਪੈਸਾ ਆਪਣੇ ਬੇਟੇ ਨੂੰ ਭੇਜਿਆ ਜੀ, ਇਹਨਾਂ ਨੂੰ ਭੇਜਿਆ। ਹਾਂਜੀ, ਸੋ ਇਹ ਬਾਰ-ਬਾਰ ਤਾਂ ਹੁੰਦਾ ਨਹੀਂ, ਬਾਰ-ਬਾਰ ਥੋੜ੍ਹੀ ਹੁੰਦੇ। ਹਾਂ, ਤੁਸੀਂ ਸਰਕਾਰ ਨਾਲ ਦੇ ਨਾਲ ਉੱਥੇ ਜਿਹੜੇ ਕਮਿਊਨਿਟੀ ਦੇ ਲੀਡਰ ਆ ਉਹਨਾਂ ਤੱਕ ਕੀ ਮੈਸੇਜ ਦੇਣਾ ਚਾਹੋਗੇ? ਇਹੋ ਹੀ ਆਨੇ ਆ ਵੀ ਇਹਦਾ ਮਸਲਾ ਹੱਲ ਹੋ ਜਾਏ ਵਿਚਾਰੇ ਦਾ। ਜੀ, ਪੈਸਾ ਅਸੀਂ ਬੜਾ ਲਾਇਆ ਆ ਤੇ ਹੁਣ ਇੱਥੇ ਕੁਛ ਵੀ ਨਹੀਂ, ਕਾਹੇ ਜੋਗਾ ਹੀ ਨਹੀਂ ਇਹ ਤੇ। ਤੁਸੀਂ ਚਾਹੋਗੇ ਕਿ ਇਹਦਾ ਵੀਜ਼ਾ ਜਿਹੜਾ ਆ ਸਰਕਾਰ ਜਿਹੜੀ ਆ ਉਹ ਦੁਬਾਰਾ ਰਿਨਿਊ ਕਰਕੇ ਇਹਨਾਂ ਨੂੰ ਮੌਕਾ ਦੇਵੇ ਕਿ ਇਹ ਵਾਪਸ ਨਿਊਜ਼ੀਲੈਂਡ ਜਿੱਥੇ ਚਾਹੁੰਦੇ ਆ। ਪਰਿਵਾਰ ਦੇ ਕੋਲ ਇੱਥੇ ਸਿਰਫ ਇੱਕ ਕਾਰਜ ਲਈ ਆਏ ਸੀ, ਵਾਪਸ ਜਾਣਾ ਚਾਹੁੰਦੇ ਜਾਣ। ਹਾਂਜੀ ਹਾਂਜੀ, ਕਾਰਜ ਲਈ ਆਏ ਸੀ, ਸਾਨੂੰ ਇਸ ਗੱਲ ਦਾ ਨਹੀਂ ਪਤਾ। ਇਹ ਇੱਥੇ ਆ ਗਏ ਤੇ ਮਗਰੋਂ ਹੁਣ ਕਿਸੇ ਨੇ ਸੁਣੀ ਨਹੀਂ, ਉਦੋਂ ਦਾ ਵਿੱਚ ਇਹ ਟੈਨਸ਼ਨ 'ਚ ਹੀ ਰਹਿੰਦਾ ਤੇ ਅਸੀਂ ਵੀ ਟੈਨਸ਼ਨ ਦੇ ਵਿੱਚ ਹੀ ਰਹਿੰਦੇ। ਭੈਣ ਜੀ, ਧੰਨਵਾਦ ਤੁਹਾਡਾ, ਅਤੇ ਤੁਹਾਡੀਆਂ ਜਿਹੜੀਆਂ ਦੁਆਵਾਂ ਦੇ ਨਾਲ ਹੋਪਫੁਲੀ ਸੋਚਿਆ ਜਾਵੇ ਜੀ,
ਜੀ ਹਾਂਜੀ ਭਾਈਚਾਰੇ ਨੂੰ ਕੀ ਕਹਿਣਾ ਚਾਹੋਗੇ ਜੀ ਉੱਥੇ? ਅਸੀਂ ਚਾਹੁੰਦੇ ਇਹਨਾਂ ਨੂੰ ਸੋਚਿਆ ਜਾਵੇ, ਕੋਈ ਮੰਗਾਉਣ ਇਹਨਾਂ ਨੂੰ, ਇਹਨਾਂ ਨਾਲ ਪੈਸਾ ਅਸੀਂ ਲਾਇਆ ਆ ਤੇ ਉਹ ਚੁੱਕ ਚੁਕਾ ਗਏ। ਜੀ ਹਾਂਜੀ ਗੁਰਮੀਤ ਸਿੰਘ ਹੋਣਾ ਦੇ ਮਦਰ ਸਾਹਿਬਾਨ ਜਿਹੜੇ, ਇਹਨਾਂ ਦੇ ਘਰ ਦੇ ਵਿੱਚ ਹੀ ਅਸੀਂ ਇਹ ਇੰਟਰਵਿਊ ਜਿਹੜੀ ਹੈ ਹੁਣੇ ਕੀਤੀ ਹੈ। ਸੋ ਨੈਚੁਰਲੀ ਕੋਈ ਵੀ ਪਰਿਵਾਰ ਦਾ ਜੀ ਜਿਹੜਾ ਇਸ ਟਾਈਮ ਸੁੱਖ ਦਾ ਸਾਹ ਨਹੀਂ ਰਹਿ ਰਿਹਾ, ਬੜਾ ਸਟ੍ਰੈਸਫੁਲ ਟਾਈਮ ਹੈ ਅਤੇ ਇੱਥੇ ਭਵਿੱਖ ਜਿਹੜਾ ਇਹਨਾਂ ਮੁਲਕਾਂ ਦੇ ਵਿੱਚ ਆਪਾਂ ਜਾਣਦੇ ਹਾਂ। ਰੇਡੀਓ ਸਪਾਈਸ ਦੀ ਟੀਮ ਨੇ ਜਿਹੜੀ ਕਵਰੇਜ ਹੈ ਸਿਰਫ ਇੱਕ ਮੰਤਵ ਦੇ ਨਾਲ ਕੀਤੀ ਹੈ ਕਿ ਜੋ ਸਹੀ ਹੈ ਉਹ ਹੋਵੇ। ਇਹਨਾਂ ਨੇ ਇਹਨਾਂ ਦਾ ਕੋਈ ਕਸੂਰ ਨਹੀਂ ਹੈ, ਇਹ ਇੱਥੇ ਆਇਓ ਸਟੱਕ ਨੇ। ਸਟੱਕ ਜਿਹੜਾ ਬੰਦਾ ਹੁੰਦਾ ਉਸ ਨੂੰ ਕੱਢਣਾ ਇਨਸਾਨੀ ਤੌਰ ਦੇ ਉੱਤੇ ਸਾਡਾ ਫਰਜ਼ ਬਣਦਾ। ਆਓ ਆਪਣਾ ਭਾਈਚਾਰਾ ਜਿਹੜਾ ਉਹ ਵੀ ਦੁਬਾਰਾ ਵਾਪਸ ਕੋਸ਼ਿਸ਼ ਕਰੇ ਕਿ ਇਹਨਾਂ ਦੇ ਪਰਿਵਾਰ ਉੱਥੇ ਆ ਕੇ ਸੁਖੀ ਵਸਣ ਜਿੱਥੇ ਇਹਨਾਂ ਨੇ ਆਪਣਾ ਭਵਿੱਖ ਸਿਰਜਣ ਦੀ ਕੋਸ਼ਿਸ਼ ਕੀਤੀ ਹੈ। ਹਾਂਜੀ ਰੇਡੀਓ ਸਪਾਈਸ ਸ਼ੁਕਰੀਆ ਜੀ। Subscribe now and press the bell icon. Never miss an update.